दंडात वंदन कुमार सर्व कला समर्थ डोलन ते राखो प्रभु डोलन ते राखो प्रभु नानक देकर हाथ कृपाल स्वामी मेरे संतान संग विहारे ओ कृपाल स्वामी मेरे संतान संग विहारे ओ कृपाल स्वामी मेरे संतान संग विहारे ओ कृपाल स्वामी मेरे संतान संग विहारे कृपाल स्वामी मेरे संता संग विहावे तुदों भुले से जम जम मरदे सिर कदे न चुकन हावे कबीर मन पांकी पयो उड़ उड़ गए दिस जाए जो जैसी संगत करे सो तैसो फल खाए साडी पीरां नाल मरीदां दी साडी पीरां नाल मरीदां दी पीरां नाल मरीदां दी साडी पीरां नाल मरीदां दी Hare
ਸਾਧੂ ਸੰਗਤ ਸਾਰੇ ਪ੍ਰੇਮੀ ਨੇੜੋਂ ਜਾਂ ਦੂਰੋਂ ਕੰਮਾਂ ਕਾਰਾਂ ਨੂੰ ਪਿੱਠ ਦੇ ਕੇ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ। ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ ਜਗਾਵੇ ਵਾਸਤੇ ਪਹੁੰਚੇ ਆ। ਇਹ ਜਿਹੜੀ ਰੂਹ ਭੜਕਦੀ ਫਿਰਦੀ ਹੈ, ਇਸ ਨੂੰ ਮਨੁੱਖਾਂ ਦੇ ਪ੍ਰਾਪਤ ਹੋਗੀ। ਇਸ ਨੇ ਗੁਰੂ ਕੋਲੋਂ ਗੁਰੂ ਵਾਲੇ ਬਣ ਕੇ ਕੋਈ ਐਸੀ ਯੁਕਤੀ ਪ੍ਰਾਪਤ ਕਰਨੀ ਹੈ ਜਿਸ ਦੁਆਰਾ ਇਹ ਫੇਰ ਮੁੜ ਕੇ ਕਿਸੇ ਹੋਰ ਜੂਨੀ ਦੇ ਵਿੱਚ ਨਾ ਜਾਵੇ, ਜਿੱਥੋਂ ਵਿਛੜੀ ਆ ਉੱਥੇ ਲੈ ਹੋ ਜਾਵੇ। ਔਰ ਇਸ ਕਰਕੇ ਆਪਾਂ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਆ। ਗੁਰੂ ਹੈ ਸਰਬੱਗ, ਆਪੋਂ ਭਾਗੋ। ਗੁਰੂ ਸਭ ਕੁਛ ਜਾਣਦਾ, ਜੋ ਕੁਛ ਜੀਵ ਦਾ ਜਿਸ ਤਰ੍ਹਾਂ ਹੈ ਆਪਾਂ ਨਹੀਂ ਜਾਣਦੇ। ਆਓ ਗੁਰੂ ਸਾਹਿਬ ਜੀ ਦੱਸਦੇ ਨੇ, ਕਈ ਜਨਮ ਪਏ ਤੀਰਥ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰਵਿਰਤ ਜੋਇਓ। ਇਹ ਤਾਂ ਚੇਤਾਵਨੀ ਕਰਾਈ ਹੈ ਇਸ ਨੂੰ। ਅੱਗੇ ਇਸ ਨੂੰ ਦੱਸਦੇ ਨੇ ਵੀ ਤਾਂ ਕਰਨਾ ਕੀ ਹੈ, ਕਾਹਦੇ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰ ਕਾਲ ਦੇਸ਼ ਨਜਰੀਆ। ਹੈ ਜੀਵ, ਜਿਹਨੂੰ ਤੂੰ ਆਪਣਾ ਆਪਾ ਮੰਨੀ ਬੈਠਾ ਨਾ, ਮੈਂ ਸਰੀਰ, ਇਹਦੀ ਤਾਂ ਉਮਰ ਹੈ, ਇਹਨੇ ਤਾਂ ਖਤਮ ਹੋ ਜਾ। ਇਹਦਾ ਜਿਸ ਵਾਸਤੇ ਪਰਮੇਸ਼ਰ ਨੂੰ ਤੈਨੂੰ ਪਰਮੇਸ਼ਰ ਨੇ ਦਿੱਤੀ ਹੈ, ਜੇ ਇਸ ਤੋਂ ਕਾਰਜ ਨਾ ਰਾਸ ਕਰਾਇਆ ਤਾਂ ਤੇਰੇ ਕੋਲੋਂ ਕੁਛ ਨਹੀਂ। ਫਿਰ ਇੱਧਰ ਦੁਨੀਆ ਦੇ ਵਿੱਚ ਭਟਕਦਾ ਫਿਰੇਗਾ। ਇਸ ਵਾਸਤੇ ਗੁਰੂ ਦੀ ਹਜ਼ੂਰੀ ਚਾਹੀਦਾ। ਜੋ ਗੁਰੂ ਦਾ ਫਰਜ਼ ਹੈ ਗੁਰੂ ਅਦਾ ਕਰਦਾ, ਅੱਗੇ ਜੋ ਸਿੱਖ ਦਾ ਫਰਜ਼ ਹੈ ਉਹ ਸਿੱਖ ਨੇ ਅਦਾ ਕਰਨਾ। ਜੋ ਗੁਰੂ ਨੇ ਫਰਜ਼ ਅਦਾ ਕਰ ਦਿੱਤਾ, ਸਿੱਖ ਨੇ ਨਾ ਕਰਿਆ, ਤਾਂ ਫਿਰ ਗੁਰੂ ਦਾ ਕਸੂਰ ਨਹੀਂ, ਇਹ ਸਿੱਖ ਦਾ ਕਸੂਰ ਹੈ। ਜਿਵੇਂ ਗੁਰੂ ਸਾਹਿਬ ਨੇ ਲਿਖਿਆ, ਸਤਿਗੁਰ ਪੂਰਾ ਕਿਆ ਕਰੇ। ਅਧੂਰੇ ਗੁਰੂ ਵੀ ਹੁੰਦੇ ਆ। ਇੱਥੇ ਪੂਰਾ ਦੱਸਿਆ, ਪੂਰਾ ਗੁਰੂ ਕੌਣ ਹੈ? ਗੁਰਬਾਣੀ। ਸਤਿਗੁਰ ਪੂਰਾ ਕਿਆ ਕਰੇ, ਜੋ ਸਿੱਖਾਂ ਵਿੱਚ ਚੂਕ ਕਹਾਉਂਦਾ ਸਿੱਖ ਹੈ। 5 ਬੋਤਲਾਂ ਰੋਜ਼ ਸ਼ਰਾਬ ਦੀਆਂ ਪੀਂਦਾ, ਨਾਮ ਤਾਂ ਸਿੱਖ ਹੀ ਰਹੇਗਾ, ਪਰ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਵੇਗਾ। ਬੰਦੇ ਇੱਕ ਨਾ ਲਾਗੇ ਦੇ ਬਾਸ ਵਜਾਈ ਫੂਕ। ਔਰ ਇਸ ਤਰ੍ਹਾਂ ਦੇ ਨਾਲ ਜੋ ਗੁਰੂ ਉਪਦੇਸ਼ ਕਰਦਾ ਹੈ, ਸਿੱਖ ਨੇ ਅੱਗੇ ਮੰਨਣਾ।
जे नहीं मनेगा गुरु भी उपदेश भी ਉਹਦੇ 'ਚ कोई फर्क नहीं भी तू फिर दुनिया ਦੇ ਵਿੱਚ ਗਿਰਿਆ ਜਾਵੇਗਾ। जिस तरह बालदैन होंगे ने अपने पुत्रों की बेहतरी चाहते हैं हमेशा, जे पुत्र ही ना बाड़े बड़े फिर बालदैन की करे। और इस तरह के इधर बहुत रिपोर्ट आउंदियां ने, अद्धी दुनिया बाड़े नहीं बढ़ती है, बाड़े नहीं बढ़ती खड़ी किट्ठे रहते। और इस तरह के नाल दस्या भी उसका भला कैसे होगा। गुरु साहब जी कह लगे आए नुकसान जो गुरु साहब जी तेन उपदेश करते ने फड़ ला, अपने मन नू सच वत बना ला। सच है ना जेड़ा एक सारणी वत होंदी है मत, एक होंदी है सच मत। सारणी के विच पानी पाई जाओ, सारा दिन पाई जाओ, नहीं ठहरेगा। क्यों नहीं ठहरता? गलियां दे विच ये जेडे माड़े करतब करदा समझो गलियां हो गई मन दे विच, नहीं बाणी नूं खड़ेगा, नहीं मंत्र नूं खड़ेगा। एक बार सच मत पुरानिया बुढ़िया कोई 70 साल की इतने भी आप होगी, उन्होंने पता है कि सच की होंगे। सच का भी एक सुभाव है, जिवें सारणी का सुभाव है, कितना पानी पा दो कदे नहीं फड़ना। सच का सुभाव है, तुसी दाने और डक्के रड़े होंदे ने मिट्टी, सच दे विच पा दो अगों छड़दी है, हौली हौली डक्के और मिट्टी अगे नूं करी जाती है। ਜਿਹੜੇ ਦਾਣੇ ਹੁੰਦੇ ਨੇ ਉਹ ਆਪਣੀ ਛਾਤੀ ਨਾਲ ਲਾ ਲੈਂਦਾ, ਜਿਹੜਾ ਸੱਚ ਹੁੰਦਾ ਹੈ ਉਹਦੇ ਵਿੱਚ ਸਿਰਫ ਦਾਣੇ ਹੀ ਰਹਿ ਜਾਂਦੇ ਨੇ, ਨਾ ਟੱਕਾ ਰਹੇ ਨਾ ਮਿੱਟੀ ਰਹੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਮਨ ਸੱਚ ਵੱਲ ਬਣਾਉਣਾ ਚਾਹੀਦਾ, ਜੋ ਗੁਰੂ ਦਾ ਉਪਦੇਸ਼ ਆ ਉਸਨੂੰ ਸੱਤ ਕਰਕੇ ਮੰਨਣਾ ਚਾਹੀਦਾ ਤੇ ਫਿਰ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਜਦ ਇਸ ਤਰ੍ਹਾਂ ਦਾ ਸਿੱਖ ਕਰੇਗਾ, ਇਸ ਦਾ ਮਨੁੱਖਾਂ ਦੇ ਧਾਰਿਆ ਸਫਲਾ ਹੋ ਜਾਵੇ। ਵਰਨਾ ਜੇ ਨਹੀਂ ਗੁਰੂ ਦੀ ਮੱਤ ਨੂੰ ਫੜੇਗਾ, ਉਪਦੇਸ਼ ਨੂੰ, ਅਧੂਰਾ ਰਹਿ ਜਾਵੇਗਾ, ਅਧੂਰਾ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਸ਼ੁਰੂ ਕਰ ਦਿੰਦਾ, ਜਿਹਨੂੰ ਅਭਿਆਸ ਕਹਿੰਦੇ ਨੇ। जो प्रभु को मिलना चाहे करे खोज शब्द में ले, जेड़ा परमेश्वर निराकार शब्द दे विच है। जिवें जेड़ा डॉक्टरी इंजीनियरिंग मिनिस्ट्री पढ़ाई दे विच है, ज्यादा पढ़ाई नूं खोजेगा, अध्ययन करेगा, वस्तु निकल आवेगी विच, इंजीनियर बन जाएगा, मिनिस्टर डॉक्टर ये जो हैं वो बढ़ जाए। जे पढ़ाई ही ना करे फिर नहीं कदे भी बढ़ेगा। और इसी तरह ये जड़ा मानव इसने शब्द नूं खोजना की है, शब्द का अभ्यास, शब्द का रटन, शब्द का चिंतन ज्यादा करेगा। करदिया 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 मन सफा होना शुरू हो जाएगा। टिके और एकाग्र मन दे विच जो शब्द विच शक्ति है, वो इसदे मन ते लागू हो जाएगी। गुरु को शब्द जरूर ले लिया, गुरु वाला भी बन गया, अभ्यास नहीं करता शब्द का। शब्द नूं बार बार अध्ययन नहीं करता, अभ्यास नहीं करता, ते जो शब्द दे विच ताकत है नहीं प्राप्त होगी मन दे विच। शब्द की ताकत नूं गुरु साहब जी ने दस्या ना, प्रभु का सिमरन
ਸਿਮਰਨ ਕਹਿੰਦੇ ਨੇ ਸ਼ਬਦ ਨੂੰ ਖੋਜਣਾ, ਅਭਿਆਸ ਕਰਨਾ। ਰਿੱਧ ਸਿੱਧ ਨੌ ਨਿੱਧ। ਹੁਣ ਭਜਨ ਪਾਠ ਤਾਂ ਆਪਾਂ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ, ਤੇ ਆਪਣੇ ਮਨ ਦੇ ਵਿੱਚ ਤਾਕਤ ਪੈਦਾ ਕਿਉਂ ਨਹੀਂ ਹੋਈ? ਇਹ ਤੋਂ ਆਪਾਂ ਅਨੁਮਾਨ ਲਾਓ, ਜਿਵੇਂ ਕਰਨਾ ਆਪਾਂ ਕਰਦੇ ਨਹੀਂ ਹਾਂ। ਜਿਨ੍ਹਾਂ ਨੇ ਕਰਿਆ ਉਹਨਾਂ ਦੇ ਵਿੱਚ ਫਿਰ ਤਾਕਤਾਂ ਪੈਦਾ ਹੋਈਆਂ। ਅੱਗੇ ਦੱਸਿਆ ਹੋਰ ਸਿਮਰਨ ਦਾ ਫਾਇਦਾ, ਜਿਹੜਾ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਵੀ ਕਹਿੰਦੇ ਸਿਮਰਨ ਸੇ ਪੈਦਾ ਹੋਣੀ ਹੈ, ਵਰਨਾ ਨਹੀਂ ਹੋਣੀ। ਜਿਵੇਂ ਦੁਨੀਆ ਦੇ ਪਦਾਰਥ ਪੜ੍ਹਾਈ ਸੇ ਪੈਦਾ ਹੁੰਦੇ ਨੇ, ਇਸੇ ਤਰ੍ਹਾਂ ਹੀ ਰੱਬੀ ਸ਼ਕਤੀ ਹੈ ਜਿਹੜੀ, ਉਹ ਕਹੇ ਜਦ ਨਾਮ ਦਾ ਅਭਿਆਸ ਕਰੇਗਾ ਨਾ, ਰੱਬੀ ਜਿਹੜੀ ਸ਼ਕਤੀ ਹੈ ਉਸ ਮਨ ਦੇ ਉੱਤੇ ਲਾਗੂ ਹੋਊ। ਕਰ ਜਦੋਂ ਮਨ ਨਾਮ ਨਾਲ ਲੱਗੇਗਾ, ਮਨ ਦੇ ਵਿੱਚ ਜਜ਼ਬ ਹੋ ਜਾਵੇਗਾ, ਲੀਨ ਹੋ ਜਾਵੇਗਾ। ਲੀਨ ਕਹਿੰਦੇ ਮਨ ਨਹੀਂ ਰਹੇਗਾ, ਸ਼ਬਦ ਰਹਿ ਜਾਏਗਾ। ਫਿਰ ਜਿਹੜੀ ਸ਼ਬਦ ਦੀ ਤਾਕਤ ਹੈ ਉਹ ਮਨ ਦੇ ਉੱਤੇ ਲਾਗੂ ਹੋ ਜਾਏਗੀ। ਗੁਰੂ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਅਯੁੱਧਿਆ ਚਲੇ ਗਏ। ਅਯੁੱਧਿਆ ਬਹੁਤ ਹਿੰਦੂਆਂ ਦਾ ਸ਼ਹਿਰ ਆ, ਬੜੇ ਬੜੇ ਪੰਡਤ ਲੋਕ ਨੇ ਉੱਥੇ। ਤਾਂ ਫਿਰ ਉਹਨਾਂ ਨੇ ਭਜਨ ਛੇੜੇ ਵੀ। ਅਯੁੱਧਿਆ 2 ਵੇਰ ਸੁਰਗ ਔਰ ਵੈਕੁੰਠਾਂ ਨੂੰ ਚਲੀ ਗਈ। ਹੁਣ ਗੁਰੂ ਸਾਹਿਬ ਜੀ ਨਾਮ ਦੀ ਤਾਕਤ ਜਲਾਉਣਗੇ। ਇੱਥੇ ਵੀ ਨਾਮ ਦੇ ਵਿੱਚ ਕਿਤਨੀ ਤਾਕਤ ਹੈ। ਹੁਣ ਉਹਨਾਂ ਦੇ ਮਨ ਦੇ ਵਿੱਚ ਤਾਂ ਇਤਨਾ ਹੀ ਕਿ ਪੁੰਨਦਾਨ ਕਰਿਆ, ਜਾਂ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਵੈਕੁੰਠਾਂ ਜਾਂ ਸੁਰਗਾਂ ਨੂੰ ਚਲੀ ਗਈ, ਤੇ ਬਾਕੀ ਦੀ ਫਿਰ ਕਿੱਥੇ ਨੂੰ ਜਾਊਗੀ? ਹਰ ਇੱਕ ਹੀ ਚਾਹੁੰਦਾ ਮੈਂ ਸੁਰਗਾਂ 'ਚ ਚਲਿਆ ਜਾਵਾਂ, ਹਰ ਇੱਕ ਹੀ ਚਾਹੁੰਦਾ ਮੈਂ ਵੈਕੁੰਠਾਂ ਦੇ ਵਿੱਚ ਚਲਿਆ ਜਾਵਾਂ। ਜਿੰਨੀ ਕਿਸੇ ਦੀ ਨਿਗਾਹ ਖੁੱਲ੍ਹ ਗਈ ਉਨੀ ਗੱਲ ਕਰੇਗਾ, ਅਗਲਾ ਪਤਾ ਹੀ ਨਹੀਂ। ਜੋ ਨਾਮ ਦਾ ਅਭਿਆਸ ਕਰਨ ਸੇ ਵਸਤੂ ਪ੍ਰਾਪਤ ਹੋਣੀ ਹੈ, ਉਹਨਾਂ ਨੂੰ ਨਹੀਂ ਪਤਾ। ਇਹ ਤਾਂ ਜਿਨ੍ਹਾਂ ਨੇ ਅਭਿਆਸ ਕਰਿਆ ਉਹਨਾਂ ਨੂੰ ਪਤਾ। ਦੁਨੀਆ ਤਾਂ ਬਿਆਦਰੀਆਂ 'ਚ ਹੀ ਫਸੀ ਪਈ ਹੈ, ਜਾਂ ਮੱਤਾਂ ਦੇ ਵਿੱਚ ਫਸੀ ਪਈ ਹੈ। ਉਹ ਤਾਂ ਗੱਲ ਹੀ ਲਜਾ ਰਹੇਗੀ ਗੁਰੂ ਤੋਂ। ਜੈਸੇ ਕਬੀਰ ਸਾਹਿਬ ਜੀ ਵਿਚਾਰੇ ਗਰੀਬ ਜਲਾਏ ਹੋਏ ਨੇ, ਉਹਨਾਂ ਨੇ ਨਾਮ ਦਾ ਅਭਿਆਸ ਕਰਿਆ ਆਪਣੇ ਮਤ ਅਨੁਸਾਰ, ਰਾਮ ਰਾਮ, ਤੇ ਉਹਨਾਂ ਦੀ ਜਿਹੜਾ ਮਨ ਸੀ ਨਾਮ ਦੇ ਵਿੱਚ ਲੀਨ ਹੋ ਗਿਆ, ਸ਼ਕਤੀ ਪੈਦਾ ਹੋ ਗਈ ਨਾਮ ਦੀ। ਔਰ ਇਸ ਤਰ੍ਹਾਂ ਦੇ ਨਾਲ ਲੋਕੀ ਆਪੋ ਆਪਣੇ ਮਤਾਂ ਨੂੰ ਬੜਾ ਸਮਝਦੇ। ਵੱਡੀ ਤਾਂ ਕਰਨੀ ਹੈ ਗੁਰੂ ਤੋਂ। ਆਓ ਕਈ ਮਤਾਂ ਦੇ ਰਲ ਗਏ। ਉਹ ਕਹਿੰਦਾ ਜੀ ਸਾਡਾ ਮਤ ਬੜਾ, ਉਹ ਕਹਿੰਦਾ ਸਾਡਾ ਮਤ ਬੜਾ ਸੀ, ਉਹ ਫੈਸਲਾ ਹੀ ਨਾ ਕਰ ਸਕੇ। ਫੈਸਲਾ ਕਿਵੇਂ ਕਰਨ? ਉਹਨਾਂ ਦਾ ਜਿਹੜਾ ਹਉ ਨਹੀਂ ਅੰਦਰੋਂ ਜਾਂਦੀ, ਹਉ ਜਿੰਨਾ ਚਿਰ ਹਉ ਨਹੀਂ ਅੰਦਰੋਂ ਜਾਂਦੀ ਫੈਸਲਾ ਨਹੀਂ ਹੋਵੇਗਾ। ਜਾਂ ਫਿਰ ਹਉ ਕੱਢਣ ਵਾਲਾ ਕੋਈ ਆ ਜਾਵੇ, ਉਹ ਫੈਸਲਾ ਕਰ ਦੂਗਾ। ਹਉ ਜਿਵੇਂ ਆਪਣੇ ਕਲਗੀਧਰ ਮਹਾਰਾਜ ਦੇ ਟਾਈਮ ਦੇ ਵਿੱਚ ਮੁਸਲਮਾਨਾਂ ਨੂੰ ਹਉ ਹੋ ਗਈ ਸੀ। ਓਕਾਰ ਕਰਨ ਸਾਰੇ ਗੁਰੂ ਘਰ ਦੇ ਗੁਰੂ ਸਾਹਿਬ ਨੇ ਹਉ ਦੂਰ ਕਰਨ ਵਾਲੇ ਤੱਤਾ ਤੇ ਕਰਕੇ ਫੂਕ ਤੇ ਸਾਰੀ ਹਉ ਚੱਕਦੀ ਉਹਨਾਂ ਦੀ। ਉਹ ਤਾਂ ਆਪਣੇ ਆਪ ਨੂੰ ਤਾਂ ਰੇਖ ਕੇ ਕਹਿੰਦਾ ਮਹੀ ਆ ਸਭ ਕੁਛ। ਨਹੀਂ, ਜੋ ਗੁਰੂ ਕਹਿੰਦਾ, ਗੁਰੂ ਆ ਸਰਵੱਗ। ਉਹ ਸਾਰਿਆਂ ਨੇ ਸੋਚਿਆ ਵੀ ਆਪਾਂ ਨਹੀਂ ਫੈਸਲਾ ਕਰ ਸਕਦੇ। ਕਬੀਰ ਸਾਹਿਬ ਜੀ ਤਰਕਾਲੀ ਨੇ ਵੀ ਆਪਾਂ ਉਹਨਾਂ ਕੋਲ ਚਲੋ ਆਪਣਾ ਫੈਸਲਾ ਉਹ ਕਰ ਦੇਈਏ।
ਜੇ ਆਪਾਂ ਫੈਸਲਾ ਕਰਾਉਣਾ ਹੋਵੇ ਗੁਰੂ ਕੋ ਆ ਜਾਓ ਤੇ ਹੁਕਮ ਲਓ, ਜੋ ਹੁਕਮ ਕਹਿੰਦਾ ਉਹ ਹੋਵੇ। ਜੇ ਨਹੀਂ ਮੰਨੇਗਾ ਤਾਂ ਜੋ ਗੁਰੂ ਕਹਿੰਦਾ ਉਹ ਸੱਚ ਕਹਿੰਦਾ। ਔਰ ਇਸ ਤਰ੍ਹਾਂ ਦੇ ਨਾਲ ਉਹ ਆਵੇ ਬੈਠ ਕੇ ਆ ਕੇ ਕਹਿੰਦੇ ਮਹਾਰਾਜ ਜੀ ਸਾਡਾ ਇੱਕ ਫੈਸਲਾ ਜਿਹਾ ਕਰ ਦਿਓ। ਕਹਿੰਦੇ ਕਰ ਦਿੰਦੇ ਆ ਭਾਈ, ਕੀ ਆ ਤੁਹਾਨੂੰ ਕੀ ਰੁਕਾਵਟ ਪੈ ਗਈ? ਕਹਿੰਦੇ ਆ ਜਿਹੜੇ ਨੰਗੇ ਫਿਰਦੇ ਨੇ ਕਹਿੰਦੇ ਸਾਡੀ ਮੁਕਤੀ ਹੋਊਗੀ। ਹੋਰ ਜਿਹੜੇ ਆ ਸਿਰ ਮੂੰਹ ਮਨਾਉਂਦੇ ਨੇ ਉਹ ਕਹਿੰਦੇ ਸਾਡੀ ਹੋਈ ਮੁਕਤੀ ਹੋਊਗੀ। ਹੋਰ ਕਹਿੰਦੇ ਜਿਹੜੇ ਅਸੀਂ ਜਤੀਆਂ ਸਾਡੀ ਹੋਈ ਮੁਕਤੀ ਹੋਊਗੀ। ਇਸ ਤਰ੍ਹਾਂ ਦੇ ਬਚਨ ਬਲਾਜੇ ਕਰਦੇ ਨੇ। ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਆਓ ਪਹਿਲਾਂ ਜਿਹੜੇ ਨੰਗੇ ਹੋ ਦੱਸੋ ਸਾਨੂੰ। ਉਹ ਕਹਿੰਦੇ ਜੀ ਅਸੀਂ ਜੁੱਤੀ ਨਹੀਂ ਪਾਉਂਦੇ, ਅਸੀਂ ਮੁਕਤ ਹੋ ਜਾਵਾਂਗੇ। ਕਬੀਰ ਸਾਹਿਬ ਜੀ ਹਕੀਕਤ ਦੱਸਦੇ ਨੇ ਗੁਰਮੁਖੋਂ। ਹੁਣ ਕੀ ਕਹਿੰਦੇ ਨੇ? ਨਗਨ ਫਿਰਤ ਜੋ ਪਾਈਐ ਜੋਗ ਮਨ ਕਾ ਮਿਰਗ ਮੁਕਤ ਸਭ ਹੋ। ਜੇ ਤੁਹਾਡਾ ਇੱਥੇ ਹੀ ਮਨ ਖੜਾ ਹੈ ਵੀ ਜੁੱਤੀ ਨਾ ਪਾਉਣੀ, ਲੀੜਾ ਨਾ ਪਾਉਣਾ, ਇਸ ਚੀ ਮੁਕਤ ਹੈ, ਤਾਂ ਫਿਰ ਜਿਹੜੇ ਜੰਗਲਾਂ 'ਚ ਹਰਨ ਫਿਰਦੇ ਨੇ ਉਹ ਸਾਰੇ ਹੀ ਮੁਕਤ ਹੋ ਜਾਣਗੇ। ਉਹ ਕਹਿੰਦੇ ਬੜਾ ਨੁਰਤਰ ਕਰ ਦੇਣਗੇ ਉਹਨਾਂ ਨੂੰ। ਨੰਗੇ ਮਿਰਗ ਵਣਾ ਦੇ ਵਿੱਚ
यानी हकीकत जनाते ने कोई किसे वत का चाहे गरीबी है, चाहे गरीब है, चाहे मीर है, चाहे राजा है, चाहे राणा है। ये परमेश्वर का असूल है। जिन्ना चिर ਉਹ नाम दे नाल सुरत जोड़ के नामी ਦੇ देश ਦੇ ਵਿੱਚ नहीं चलिया जाता, कदे वो मुक्त नहीं होएगा। कि उन्होंने गल अनुभव करी हुई सी, जिन्हों ने करी हुई नहीं, वो कहते ने जी नंगे फिरी जाओ बस मुक्त हो जाए। हुण उन्होंने पता ही नहीं ना अगला जिथे किसी की अकल है तो उन्नी भी गल करेगा, अगली किवें कर देगा। कबीर साहब जी उन्होंने कहते भी जे नंगिया रहने ही मुक्त प्राप्त हो जाएगी ना, तो फिर मिर्ग भी मुक्त होने चाहिए ने। वो तो थोड़े नालों भी ज्यादा ने, तो इसका जे थोड़े ही होवोगे, निरुत्तर हो गए गुरमुख। जिवें गुरु नानक देव महाराज जी मक्के चले गए, उत्थे जाके मक्के की सैंपल फेर दिती, पर वो काजी बुलाने इकट्ठे हो गए। सारे देखा भी ये कोई बड़ी गल है, अरबी दे विच गल्लां बातां करदे ने उन्हां दे नाल। तां फिर उन्होंने सोचा भी इन्हां कोलों कोई गल पुछनी चाहिए है। बड़ी अल्लाह ने इन्होंने बहुत मूजजा दिखाया, जिन्हों करामात कहते। पुछन गल ओमान दी, काजी मुल्ला कट्ठे हुई, सारा अरब इकट्ठा हो गया। लख न सके कुदरत, बड़ा सांग वरताया, लख न सके कुदरत कोई। आए फकीर, आए वली अल्लाह, बहुत बड़ा तय सांग की ताकत दिखाड़ी है।
ਸਾਡੇ ਦਿਮਾਗ ਖੜ ਗਏ, ਅਸੀਂ ਵੀ ਬਹੁਤ ਚਲਾਕ ਹਾਂ ਗੱਲਾਂ ਨੂੰ ਤਾਂ। ਪਰ ਤੁਸੀਂ ਤਿੰਨਾਂ ਗੁਣਾਂ 'ਚ ਗੱਲਾਂ ਨੂੰ ਚਲਾਕ ਹੋ, ਚੌਥੇ ਪਾਸੇ ਨਹੀਂ ਤੁਹਾਨੂੰ ਪਤਾ। ਪੁੱਛਣ ਖੋਲ ਕਿਤਾਬ ਨੂੰ, ਕਿਤਾਬ ਕਹਿੰਦੇ ਨੇ ਉਹ ਆਪਣਾ ਧਾਰਮਿਕ ਜਿਹੜਾ ਉਹਨਾਂ ਦਾ ਸ਼ਾਸਤਰ। ਹਿੰਦੂ ਮਤ ਧਾਰਮਿਕ ਸ਼ਾਸਤਰ ਨੂੰ ਗੀਤਾ ਕਹਿੰਦੇ ਨੇ। ਸਾਡਾ ਧਾਰਮਿਕ ਜਿਹੜਾ ਇਸ਼ਟ ਹੈ ਉਸ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਆਓ ਇਸ ਤਰ੍ਹਾਂ ਦੇ ਨਾਲ ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕਿ ਮੁਸਲਮਾਨ ਹੋਏ, ਬਾਈਚੀ ਖੜੀ ਹੈ ਦੋਨੇ। ਉਹ ਕਹਿੰਦਾ ਮੈਂ ਵੱਡਾ, ਉਹ ਕਹਿੰਦਾ ਮੈਂ ਵੱਡਾ। ਨਹੀਂ, ਵੱਡੇ ਤਾਂ ਕਰਮ ਨੇ ਦੋ, ਵੱਡੀ ਤਾਂ ਕਰਨੀ ਹੈ। ਅਵਤਾਰ ਹੋਵੇ, ਕੋਈ ਮਹਾਂਪੁਰਸ਼ ਹੋਵੇ ਤਾਂ ਉਹ ਹਕੀਕਤ ਜਣਾਵੇਗਾ, ਲੁੱਕ ਲਪੇਟ ਨਹੀਂ ਰੱਖੇਗਾ। ਬੜੋ ਬਰੇ ਵਾਲੇ ਉਹ ਕਹਿੰਦੇ ਨੇ ਮਹਾਰਾਜ, ਉਹ ਪੁੱਛਦੇ ਨੇ ਵੱਡਾ ਹਿੰਦੂ ਹੈ ਕਿ ਮੁਸਲਮਾਨ।
ਪਾਤਸ਼ਾਹ ਹੋ ਕੇ ਕਿਤਾਬ ਖੋਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਦੇ ਨੇ। ਆਪੋ ਆਪਣੇ ਮਤਾਂ ਦਾ ਹੰਕਾਰ ਹੋਇਆ ਹੋਇਆ ਹੰਕਾਰ। ਗੁਰੂ ਸਾਹਿਬ ਜੀ ਇਸ ਗੱਲ ਤੋਂ ਅੱਗੇ ਦੀ ਗੱਲ ਰੱਖਣਗੇ ਗੁਰੂ ਤੋਂ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਭਾਈ ਜਿਹੜੀ ਵੱਡੀ ਚੀਜ਼ ਹੈ ਉਸ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ। ਜੇ ਤੁਹਾਨੂੰ ਉਸ ਦਾ ਪਤਾ ਹੁੰਦਾ ਤੁਸੀਂ ਆ ਸ਼ੰਕਾ ਹੀ ਨਾ ਰੱਖਦੇ ਸਾਡੇ ਮੂਹਰੇ। ਅਗਲੀ ਪੰਕਤੀ ਦੇ ਵਿੱਚ ਜ਼ਾਹਰ ਕਰਿਆ ਕਿਸੇ ਦੀ ਲਿਹਾਜ਼ ਨਹੀਂ ਕਰੀਦਾ। ਜੇ ਲਿਹਾਜ਼ ਕਰਦਾ ਨਾ ਕਿਸੇ ਦੀ ਨਿੰਮੋ ਝਾਣੀ ਬੜਿਆਈ ਕਰਦਾ ਸਮਝੋ ਖੁਦ ਕਰ ਜੋ ਕੁਛ ਚਾਹੁੰਦਾ ਨਾ। ਹੁਣ ਇਤਨੀ ਤਾਕਤ ਦਿਖਾੜੀ ਤਾਂ ਫਿਰ ਮਹਾਰਾਜ ਜੀ ਦਾ ਉਹਨਾਂ ਦੇ ਪੂਜ ਬਣ ਜਾਂਦੇ ਨਹੀਂ। ਇਸ ਵਾਸਤੇ ਤਾਂ ਨਹੀਂ ਲੱਖਾਂ ਅਵਤਾਰ ਆਉਂਦਾ ਹੁੰਦਾ। ਅਵਤਾਰ ਤਾਂ ਹਕੀਕਤ ਜਣਾਉਂਦਾ ਹੁੰਦਾ ਆ ਕੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਗਲੀ ਪੰਕਤੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਬਾਬਾ ਆਖੇ ਹਾਜੀਆਂ ਜਿਹੜੇ ਕਾਜੀ ਮਨਾਉਣੇ ਹੱਜ ਨੂੰ ਆਏ ਹੋਏ ਸਨ, ਬਹੁਤ ਦੁਨੀਆ ਸੀ। ਬਾਬਾ ਆਖੇ ਹਾਜੀਆਂ ਸੋ ਅਵਲਾ ਬਾਝੋਂ ਦੋਵੇਂ ਤੁਸੀਂ ਹੋਈ ਨਹੀਂ ਇਕੱਲੇ ਹਿੰਦੂ ਵੀ ਨਾ ਦੋ ਹੀ ਰੋਂਦੇ ਬੜੋ ਬਰੇ ਚੰਗੇ ਔਰਾ ਬਾਜੋ ਸਭ ਬਾਤਾਂ ਦੇ ਰੋਂਦੇ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਜਿਹੜੇ ਹੱਜ ਕਰਨ ਵਾਸਤੇ ਆਏ ਸਨ, ਕਹਿਣਗੇ ਬਈ ਸੁਣ ਲਓ ਗੁਰਮੁਖੋ, ਗਊ ਮਤ ਨੇ ਹਿੰਦੂ ਔਰ ਇਸਲਾਮ, ਕਹਿੰਦੇ ਜਿਹੜਾ ਚੰਗੇ ਕਰਤੱਵ ਕਰਦਾ ਹਿੰਦੂ ਆ ਉਹ ਦਰਗਾਹ ਦੇ ਵਿੱਚ ਮਾਣ ਪਾਵੇਗਾ, ਇਸਲਾਮ ਚੰਗੇ ਕਰਤੱਵ ਕਰਦੀ ਹੈ ਉਹ ਜਨਤਾ ਦੇ ਵਿੱਚ ਸੁਖ ਪਾਵੇਗਾ ਜਨਤ ਦੇ ਵਿੱਚ, ਨਹੀਂ ਤਾਂ ਫਿਰ ਕਰਨ ਵਖੀਲੀ ਆਪ ਵਿੱਚ, ਉਹ ਚੰਗਾ ਜੀ ਉਹ ਮਾੜਾ ਜੀ ਉਹ ਮਾੜਾ ਜੀ ਉਹ ਚੰਗਾ ਜੀ, ਮਨ ਕੈਸੇ ਲੱਗ ਜਾਏਗਾ ਨਾਮ ਦੇ ਨਾਲ, ਜਿਸ ਵਾਸਤੇ ਮਨੁੱਖਾਂ ਦੇ ਵਿੱਚ ਤਾਂ ਗੱਲ ਦੂਰ ਰਹੇ। ਰਾਮ ਰਹੀਮ ਕਹਾ ਖਲੋਈ, ਰਾਸ਼ਤਾਨੀ ਦੁਨੀਆ ਕੋਲ, ਉਹਨਾਂ ਨੂੰ ਉਪਦੇਸ਼ ਕਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਵੱਡਾ ਤਾਂ ਉਹ ਆ ਜਿਹੜਾ ਪਰਮੇਸ਼ਰ ਦਾ ਖੁਦਾਵੰਦ ਕਰੀਮ ਦਾ ਇਬਾਦਤ ਜਾਂ ਭਜਨ ਕਰਦਾ, ਕਿਸੇ ਮਤ ਦਾ ਚਾਹੇ। ਉਹ ਜਿਹੜੇ ਮਤਾਂ ਦੇ ਇਕੱਠੇ ਹੋ ਕੇ ਆਏ ਸੀ ਕਬੀਰ ਸਾਹਿਬ ਜੀ ਕੋਲ, ਕਹਿੰਦੇ ਜੀ ਸਾਡੀ ਮੁਕਤ ਹੋਵੇਗੀ, ਅਸੀਂ ਜੋੜਾ ਨਹੀਂ ਪਾਉਂਦੇ। ਕਬੀਰ ਸਾਹਿਬ ਜੀ ਕਹਿਣਗੇ ਠੀਕ ਹੈ, ਫਿਰ ਵੀ ਜੋੜਾ ਤਾਂ ਮਿਰਗ ਵੀ ਨਹੀਂ ਪਾਉਂਦੇ ਹਨ, ਤਾਂ ਫਿਰ ਉਹ ਵੀ ਮੁਕਤ ਹੋਣੇ ਚਾਹੀਦੇ ਨੇ। ਜਦ ਯਥਾਰਥ ਗੱਲ ਕਹਿੰਦਾ ਨਾ, ਹਰ ਇੱਕ ਕਹਿ ਵੀ ਨਹੀਂ ਸਕਦਾ ਯਥਾਰਥ ਗੱਲ ਹੈ ਜਿਹੜੀ ਗੁਰੂ, ਜੇ ਵਕਤਾ ਯਥਾਰਥ ਗੱਲ ਨਹੀਂ ਕਹਿੰਦਾ ਕਦੇ ਪਤਾ ਨਹੀਂ ਹੋਵੇਗਾ ਕਿਸੇ ਨੂੰ। ਖੁਦਗਰਜ਼ ਲੋਕ ਨੇ, ਉਹ ਜਿਹੜੇ ਬੜੇ ਲੋਕ ਨੇ ਉਹਨਾਂ ਦੀ ਉਪਮਾ ਕਰਨੀ ਸ਼ੁਰੂ ਕਰ ਦਿੰਦੇ ਨੇ। ਗੁਰੂ ਨੇ ਤਾਂ ਉਪਮਾ ਕਰੀ ਨਹੀਂ, ਨਾ ਮੁਸਲਮਾਨ ਦੀ ਕਰੀ ਹੈ ਨਾ ਹਿੰਦੂ ਦੀ ਕਰੀ ਹੈ, ਜੋ ਹਕੀਕਤ ਦੀ ਉਸ ਦੀ ਕਰੀ ਹੈ। ਤੇ ਜਿਹੜਾ ਪਰਮੇਸ਼ਰ ਦਾ ਭਜਨ ਕਰੇਗਾ ਉਹ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ, ਵਰਨਾ ਨਹੀਂ ਹੋਵੇਗਾ। ਜਾਤ ਉੱਥੇ ਕਿਹਨੇ ਪੁੱਛਣੀ? ਗੁਰੂ ਸਾਹਿਬ ਨੇ ਲਿਖਿਆ ਨਾ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨੇਵੇ ਨਾ ਉੱਥੇ ਜਾਤ ਪੁੱਛਣੀ ਹੈ ਉਹਨਾਂ ਨੇ, ਧਰਮ ਰਾਜਾ ਨੇ, ਨਾ ਤੇਰਾ ਉੱਥੇ ਮਤ ਪੁੱਛਣਾ। ਗੁਰੂ ਉੱਥੇ ਦਾ ਸੱਚੋ ਹੀ ਸੱਚ ਨਿਬੜੇ ਤੇ ਉਹਨੂੰ ਵੱਖ ਕੱਢੇ, ਜੇ ਜਵਾਲਿਆ ਉਹ ਨਰਕਾਂ ਨੂੰ ਜਾਣਗੇ। ਵੀਰਾਂ ਪਈਆਂ ਜਾਂਦੇ ਨਰਕਾਂ ਨੂੰ, ਪੜੋ ਪ੍ਰੇਮ ਅੱਗੇ ਉਹਨਾਂ ਨਾਲ ਹੋਣਗੇ
ਅੱਗੇ ਤਾਂ ਅਮਲਾਂ ਦੇ ਨਾਲ ਜਿਹਨੇ ਕਰਮ ਚੰਗੇ ਕਰੇ ਨੇ ਉਹ ਜਾਤ ਬਿਆਦਰੀ ਹੈ ਸਰੀਰ ਦੀ, ਜਿਹੜੀ ਹਕੂਮਤ ਆ ਇਹ ਵੀ ਸਰੀਰ ਕਰਕੇ ਹੀ ਹੈ, ਜਿੰਨਾ ਚਿਰ ਸਰੀਰ ਦੇ ਵਿੱਚ ਚੇਤਨ ਕਲਾ। ਜਦ ਚੇਤਨ ਕਲਾ ਨਿਕਲ ਗਈ ਨਾਲ ਦੀ ਨਾਲ ਤਾਕਤ ਵੀ ਮਿੱਟੀ 'ਚ ਮਿਲ ਜਾਣੀ। ਅੱਗੇ ਤਾਂ ਪੁੱਛ ਗਿੱਛ ਹੋਣੀ ਹੈ ਚੰਗੇ ਅਮਲਾਂ ਦੀ। ਕੂਕ ਦੁਆਰਾ ਜੇ ਕਿਸੇ ਤੇ ਕੋਈ ਜ਼ੁਲਮ ਕਰੇ ਤਾਂ ਉਸ ਦਾ ਰੋਜ਼ਾਨਾ ਫਲ ਪਰਲੋਕ ਦੇ ਵਿੱਚ ਭੁਗਤਣਾ ਪਵੇਗਾ। ਉਹ ਇਸ ਤਰ੍ਹਾਂ ਦੇ ਨਾਲ ਇੱਕ ਮੈਜਿਸਟ੍ਰੇਟ ਸੀ ਕੋਈ, ਆ ਜਿਹੜੇ ਕਚਹਿਰੀਆਂ ਜਿਹੀਆਂ ਕਰਦੇ ਹੁੰਦੇ, ਬਾਡੀ ਲੈ ਕੇ ਛੱਡ ਦੇਣਾ। और इस तरह के ਜਿਹੜੇ ਮਾਇਆ ਇਕੱਠੀ ਕਰਨ ਤੇ ਲੱਗੇ ਹੋਏ ਨੇ, ਤਾਂ ਫਿਰ ਉਸ ਦਾ ਘਰਦਿਆਂ ਨਾਲ ਵੀ ਚੰਗਾ ਸਲੂਕ ਨਹੀਂ ਸੀ। ਉਹ ਕਹਿੰਦੇ ਸਰ ਤੂੰ ਇਹ ਪਾਪ ਕਿਉਂ ਕਰਦਾ? ਉਹ ਨਹੀਂ ਮੰਨਦਾ ਸੀ ਘਰਦਿਆਂ ਦੀ ਚੰਗੀ ਕੋਠੀ ਪਾਈ ਹੋਈ ਸੀ ਬਾਢੀਆਂ ਲੈ ਲੈ ਕੇ, ਤੇ ਕੋਠੀ ਦੇ ਵਿੱਚ ਬੈਠਾ, ਦਰਵਾਜ਼ੇ ਅਲਾਪ ਕਰੇ ਹੋਏ ਨੇ, ਚਿਟਕਣੀਆਂ ਲੱਗੀਆਂ ਹੋਈਆਂ ਨੇ, ਕੌਚ ਤੇ ਬੈਠਾ ਅਖਬਾਰ ਪੜ੍ਹਦਾ। ਰੱਬ ਨੂੰ ਸੀ ਮੰਨਦਾ, ਕਹਿੰਦਾ ਕੋਈ ਰੱਬ ਰੂਪ ਨਹੀਂ ਹੈ ਇੱਥੇ, ਬਸ ਜੋ ਮਰਜ਼ੀ ਕਰੀ ਚੱਲੋ, ਆ ਜਗ ਮਿੱਠਾ ਅਗਲਾ ਕੀ ਨੇ ਡਿੱਠਾ ਦਿਖਾ ਦੇਣਗੇ ਅਗਲਾ। ਜਿਹੜੀ ਵਸਤੂ ਦਿਖਦੀ ਹੈ ਜਾਂ ਟਾਈਮ ਆਉਂਦਾ ਜਦੇ ਹੀ ਦਿਖਦੀ ਹੁੰਦੀ ਆ, ਉਹ ਜਦੇ ਤਾਂ ਨਹੀਂ ਦਿਖਦੀ।
देख लो जब बच्चा माता के उधर चुनता 9 महीने नहीं जीना, जब जन्म लेंदा देख पैदा भी हाँ और लड़की है या लड़का, इस तरह के नाल वो करता सी। की होया अखबार पढ़दा बैठा, चाण चक रोशनी हुई, जब रोशनी उन्हें अपनी अखां अखबार तो चक के उधर नूं झाकिया, सामने एक रूह खड़ी है। रूह नूं देख के कहता आप किधर से आ गए, कौन हो तुम? कानूनी सी ना मिनिस्टर सी। और रूह कहती मैनू कोई नहीं रोक सकता, मैं स्वतंत्र हाँ, जिथे मर्जी मैं जा सकता। फिर तेरा आने का मतलब की है इत्थे? कहता मैं तेरा भविष्य लिखदा, जो अगे तेनू जन्म मिलना कैसा मिलेगा। कहने लगा भविष्य, ये की भविष्य की हुंदा? कहने लगे रब का असूल है, विधान है, चाहे जे कोई करतब करता अगे फिर वह जिहा जन्म दे विचों चलिया जांदा। कहना रब नूं की लोड़ है? वो कहना फिर सरकार नूं की लोड़ है असूल बनाउण दी? कहना मैं चंगे और माड़े कर्म लिखदा तेरे, रहना तेरे नाल होले। हुण आपां संगत करते हैं ना, गुरु की हजूरी च बैठे, जब अपना जीव आत्मा निकल के प्रलोक दे विच जावेगा ना, तो उत्थे लिखिया होगा भी इन्हें इन्ना चिर संगत करी है। अंध धुंध नहीं है, अजिहा दुनिया च अंध धुंध हो सकता, करी हुई नूं मिटा सकते हैं, पर जिहड़ा परमेश्वर आ वो नहीं होता। एक तिल नहीं भले काले, वो नहीं यही भी करता हो जा उत्थे लिखिया जाता गुरु। वो कहता आखिर की लिखदा तू? कहता तेरे चंगे माड़े कर, फिर की करेगा? कहता मैं कापी धर्मराजा के अगे रखूंगा, फिर तेनू जमदूत लूट के ले जाणगे इत्थों, फिर उत्ते हिसाब किताब होवेगा तेरा। हिसाब किताब हो के फिर तेनू नरकां दे विच जे पुण्य तां सुरगां दे विच। हैरान हो गया वो, कहता मैं तां मनदा सी रब है ही नहीं, रब है ही नहीं, वो है जरूर, है भी नहीं, वो दीदा नहीं ना। यही तां उहदे विलक्षण, यही तां दस्सिया ना भी जिहड़ा परमेश्वर है ना, उसकी जिहड़ी कुदरत आ उसनूं कोई जान नहीं सकता। फिर ਉਹਦੇ मन ਦੇ ਵਿੱਚ फुरना बदल गया, भी मैं तो मनदा सी कोई पुन पाप नहीं है, सब कुछ है गुरमुख ते मर्यादा बनाइया हुई ने, मर्यादा। और इस तरह के नाल मर्यादा के सहायत ही तो वस्तु मिलती रहती है। कहना यूं दस मेरे माड़े और चंगे कर्म किन्ने ने? वो रूह ने 2 कापियां कढ़िया, एक सफेद एक शाह काली। कहना देख मेरे को 2 कापियां, शाह कापी तेरे माड़े करतब लिखदा, तो माड़े कर्म काले हुंदे ने। गुरु साहब ने कहा इस मन को जन्म जन्म की मन लागी काला, साडा ही गुरु कहना सामने प्रकार। इस मन को शरीर नहीं लगी, शरीर की मैल होर है, जिहड़ा मन है इसकी मैल होर है, ये धोण का साधन भी होर है, शरीर की मैल धोण का साधन भी होर है। और इस मन को जन्म जन्म की मन लागी काला हुआ शाह, माड़े करो कहना मैं शाह कापी च लिखदा, चंगे सफेद कापी दे विच लगदा। चंगे कर्म हुंदे ने चटियाई। कहदा इहो दस
मेरे चंगे कर्म किन्ने ने। शाह कापी खोल ली उस ला कहने सुन हुकूमत दे नशे च तेनू पता नहीं है भी रब है ही नहीं। साढ़े 5 काम ने तेरे चंगे वो भी हंकार शायद करे हुए ने। जिवें मलक पाकों ना बाहरों खोज करता सीगा दुनिया नूं दिखाता सी भी मैं बहुत पुनदान जग करदा। वो कित्थों लिआंदा सीगा? वो गरीबां दा लहू नचोड़दा सी पहले कर्म तो आप नहीं करा लेंदा। वो भी गुरु नानक देव महाराज जी ने फिर सारा जार करके दिखाया सी उन्होंने। पहले सी तू मलक पाको दे घर क्यों रहना गरीब दे। जेड़ा परमेश्वरा उसनूं प्रेम प्यारा गुरुखो ना गरीब ना अमीर ना राजा ना राणा। जेड़ा परमेश्वर है ना वो तो प्रेम दे नहीं है पर वो प्रेम दे नाल। पाओ भगता पुखा गोविंद मेरा प्यारा मेरा। पाओ भगता पुखा गोविंद मेरा सरगुण सतगुरु शरीर धार लैंदा। ना जात दे अधीन ना हुकूमत दे अधीन ना राज भाग दे अधीन गुरुखो ओदा प्रेम दे वसीभूत हुंदा। कृष्ण भगवान जी विदुर दी शबरी च चले गए और दुर्योधन हंकारी बट घट बोलिया। कबीर साहब जी ने लिखा राजन कमल तुम्हारे आवे ऐसो पाओ विदुर को देखो ओए गरीब मोए भावे। हस्ती देख परम से दूल्हा श्री भगवान न जाने तुमरो दूर विदुर को पानो अमृत कर मैं माने। खा खीर समान साग मैं पाया गुण गावत रहन बिहानी। कबीर को ठाकर अनद बलोदी जात ना काहू की मानी। जात पात नहीं परमेश्वर दे विचता प्रेम गुरु को यो कबीर साहब जी कहते ते कोई लेना सीगा कृष्ण भगवान राजना पति तेरे कानो आवाजे। राजना
साढ़े 5 घर ने होम साइट करे हुए ने सफायत कटी माड़े किन्ने ने मेरे 1150 माड़ा करना आ देखना लिखा पाया सारा जब सामने कापी करी पढ़ी माना गवाही दई जावे भी हाँ ये भी करया मैं जागला आ जाए मन कहे हाँ मैं भी ये भी करया सारे दब लेंदा ना ਇਹ ਸਰੀਰ ਦੇ ਖੋਣ ਕਰਕੇ ਕਰੇ ਹੋਏ ਪਾਪਾਂ ਨੂੰ ਲੁਕਾਉਂਦਾ ਹੈ ਪਰ ਜਦ ਧਰਮ ਰਾਜਾ ਦੀ ਕਚਹਿਰੀ 'ਚ ਜਾਵੇਗਾ ਉੱਥੇ ਨਹੀਂ ਲੁਕੋ ਸਕਣਾ ਲੁਕਾਉਣ ਵਾਲੀ ਚੀਜ਼ ਤਾਂ ਫੂਕਤੀ ਲੁਕਾਵੇਗਾ ਕਿੱਥੇ ਗੁਰੂ ਸਾਹਿਬ ਨੇ ਜੇਤੇ ਪਾਪ ਕੀ ਰਾਖੇ ਤਰੇ ਸਰੀਰ ਦੇ ਵਿੱਚ ਦਵਾਏ ਪ੍ਰਗਟ ਪਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ ਉੱਥੇ ਨਹੀਂ ਫਿਰ ਤੂੰ ਲੁਕੋ ਸਕਦਾ ਰੂਹ ਦੱਸ ਦਿੰਦੀ ਹੈ ਲੋਕ ਪੜੋ ਕਰੇ ਪਿਆਰੇ ਜੀ ਪ੍ਰਗਟ ਹੋ
ਚੱਲਣ ਲੱਗੀ ਆ ਮੈਜਿਸਟ੍ਰੇਟ, ਉਹ ਤਾਂ ਸਾਨੂੰ ਦਿਖਾਈ ਦੇਣ ਦਾ ਆਰਡਰ ਨਹੀਂ ਆ ਰਹੇ ਨਾਲ, ਪਰ ਮੈਨੂੰ ਐਸਾ ਹੀ ਪਰਮੇਸ਼ਰ ਦਾ ਹੁਕਮ ਹੋਇਆ। ਤੂੰ ਨਹੀਂ ਸੀ ਰੱਬ ਨੂੰ ਮੰਨਦਾ, ਨਾਸਤਿਕ ਸੀ, ਵੀ ਰੱਬ ਤਾਂ ਹੋਇਆ ਹੀ ਨਹੀਂ। ਤੇ ਨਕਾਰ ਜਿਵੇਂ ਉੱਲੂ ਨੂੰ ਪੁੱਛ ਕੇ ਦੇਖੋ, ਉੱਲੂ ਚਮਗਿੱਦੜ, ਵਈ ਸੂਰਜ ਵੀ ਚੜਿਆ ਕਦੇ, ਤੇ ਕਹਿੰਦਾ ਭਾਈ ਸੂਰਜ ਤਾਂ ਹੈ ਹੀ ਨਹੀਂ। ਕਹਿੰਦਾ ਉਹ ਕਹਿੰਦੇ ਸਾਰੀ ਦੁਨੀਆ ਸੂਰਜ ਤੋਂ ਫਾਇਦਾ ਉਠਾਉਂਦੀ ਹੈ, ਤੂੰ ਕਹਿੰਦਾ ਸੂਰਜ ਹੈ ਹੀ ਨਹੀਂ। ਉਹ ਕਹਿੰਦਾ ਸੂਰਜ ਤਾਂ ਹੈਗਾ, ਤੇਰੇ ਨੇਤਰੇ ਹੀ ਨਹੀਂ ਦੇਖਣ ਵਾਲੇ। ਜਦ ਸੂਰਜ ਚੜ੍ਹਦਾ ਨਾ ਇਹਨਾਂ ਨੂੰ ਦਿਸਣੋਂ ਹਟ ਜਾਂਦਾ। ਚਮਗਿੱਦੜ ਨੂੰ, ਉੱਲੂ ਨੂੰ ਦੇਖਿਆ ਕਦੇ ਦਿਨੇ ਉੱਲੂ ਉੱਡਦਾ, ਰਾਤ ਨੂੰ ਫਿਰਦੇ ਹੁੰਦੇ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਕਿ ਤੈਨੂੰ ਪਤਾ ਹੀ ਨਹੀਂ ਸੀ ਗੱਲ ਦਾ। ਫਿਰ ਉਸਨੇ ਸੋਚਿਆ ਵੀ ਹੈ ਸਭ ਕੁਛ, ਇਹ ਮੇਰੀ ਗਲਤੀ ਸੀ। ਫਿਰ ਉਹਦਾ ਮਨ ਬਦਲਣਾ ਸ਼ੁਰੂ ਹੋ ਗਿਆ। ਉਹ ਫਿਰ ਲਿਖਣ ਲੱਗ ਗਿਆ। ਕਹਿੰਦਾ ਹੁਣ ਕੀ ਲਿਖਦਾ? ਕਹਿੰਦਾ ਹੁਣ ਲਿਖਦਾ ਇਹਦਾ ਮਨ ਬਦਲਦਾ ਵੀ ਮਾੜੇ ਕਰਤੱਵ ਨਹੀਂ ਕਰਾਂਗਾ। ਆਹ ਇਸ ਤਰ੍ਹਾਂ ਨਾਲ ਚੰਗੇ ਕਰਤੱਵ ਕਰੇ, ਸੁਨਹਿਰੀ ਜ਼ਿੰਦਗੀ ਆਪਣੇ ਪਰਲੋਕ ਨੂੰ ਚਲਿਆ ਗਿਆ ਕਰੂਗਾ। ਉਹ ਜਿਹੜੇ ਨਾਗੇ ਸੀ ਨਾ, ਪੀਰ ਸਾਹਿਬ ਨੂੰ ਕਹਿੰਦੇ ਸਾਡੀ ਮੁਕਤ ਹੋਊਗੀ, ਅਸੀਂ ਨੰਗੇ ਫਿਰਦੇ। ਫਿਰ ਉਹਨਾਂ ਨੂੰ ਨਰੋਤਰ ਕਰਤਾ ਕਬੀਰ ਸਾਹਿਬ ਜੀ ਨੇ ਵੀ ਨੰਗੇ ਫਿਰਿਆ ਕਦੇ ਮੁਕਤ ਨਹੀਂ ਹੋਣੀ ਜਿੰਨਾ ਚਿਰ ਨਾਮ ਦਾ ਅਭਿਆਸ ਨਹੀਂ ਕਰਦਾ। ਠੀਕ ਆ, ਤੁਸੀਂ ਨੰਗੇ ਰਹੋ ਤੇ ਨਾਮ ਦਾ ਅਭਿਆਸ ਕਰੋ। ਜੇ ਤੁਸੀਂ ਨੰਗ ਪੜੇ ਤੇ ਕਹੋ ਮੁਕਤਾ ਨਹੀਂ ਹੈ, ਨੰਗ ਪੜੇ ਤੇ ਕਦੇ ਮੁਕਤ ਨਹੀਂ ਹੋਣੀ। ਮੁਕਤ ਦਾ ਜੋ ਅਸੂਲ ਹੈ ਨਾ, ਮੁਕਤ ਹੋਣ ਦਾ, ਜਿੰਨਾ ਚਿਰ ਉਹ ਨਹੀਂ ਅਪਣਾਉਂਦਾ ਕਦੇ ਮੁਕਤ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਬਾਲੇ ਮਰਦਾਨੇ ਸਮੇਤ ਕਲਕੱਤੇ ਚਲੇ ਗਏ, ਜਿੱਥੇ ਬੜੀ ਸਿੱਖ ਸੰਗਤ ਆ, ਬਹੁਤ ਬੜਾ ਗੁਰਦੁਆਰਾ। ਜਦ ਇੱਥੇ ਰੋਈ ਪਈ ਹੁੰਦੀ ਸੀ ਤਾਂ ਕਦੇ ਕਦੇ ਤਾਂ ਬਾਲਾ ਮਰਦਾਨਾ ਸਾਥ ਹੁੰਦੇ, ਕਦੇ ਕਦੇ ਸਾਧੂ ਵੀ ਰਲ ਜਾਂਦੇ ਸਨ। ਕਿਉਂ ਮਹਾਰਾਜ ਦਾ ਰਿਵਾਜ ਸਾਧੂ ਆਉਣਾ ਜੀ, ਉਹ ਟਾਈਮ ਹੀ ਆਇਆ ਜਾ ਸੀ। 500 ਸਾਧ ਸੀ, 500। ਤਾਂ ਉਹਨਾਂ ਨੇ ਬੇਨਤੀ ਕਰੀ, ਮਹਾਰਾਜ ਜੀ ਅਸੀਂ ਘਰ-ਬਾਰ ਛੱਡਿਆ, ਕੋਈ ਮੁਕਤ ਦਾ ਪਾ ਦੱਸੋ ਸਾਨੂੰ। ਹੁਣ ਉੱਥੇ ਲੇਪ ਝੇਪ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਸ਼ਬਦ ਦੁਆਰਾ ਉਹਨਾਂ ਨੂੰ ਉਪਦੇਸ਼ ਕਰਿਆ, ਸਾਧੋ ਮਨ ਕਾ ਮਾਨ ਤਿਆਗੋ। ਕਹਿੰਦੇ ਜੇ ਤੁਸੀਂ ਮੁਕਤ ਹੋਣਾ ਨਾ, ਜੇ ਤੁਸੀਂ ਰੱਬ ਦੇ ਦੇਸ਼ 'ਚ ਜਾਣਾ ਨਾ, ਤਾਂ ਪਰ ਜਿਹੜਾ ਖਾਓ ਆ ਨਾ ਤੁਹਾਡੇ ਮਾਣ ਆ ਵੀ ਅਸੀਂ ਘਰ-ਬਾਰ ਛੱਡ ਕੇ ਰੂਹੀਆਂ ਦੇ ਵਿੱਚ ਰਹਿੰਦੇ ਹਾਂ, ਭਗਵੇਂ ਲੀੜੇ ਪਾ ਲਏ। ਕਹਿੰਦੇ ਰੱਬ ਨੂੰ ਕੀ ਕਢਾਉਂਦਾ ਤੁਹਾਡੇ ਲੀੜਿਆਂ ਨੂੰ? ਰੱਬ ਨੇ ਤਾਂ ਹਕੀਕਤ ਦੇਖਣੀ, ਚਾਹੇ ਕਿਸੇ ਮੱਤ ਦਾ ਕੋਈ ਉੱਥੇ ਮੱਤ ਨਹੀਂ ਹੈ, ਇਹ ਤਾਂ ਆਪਣੇ ਹੀ ਨੇ ਰਗੜੇ ਝਗੜੇ। ਆਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਸਾਧ ਹੋ ਮਨ ਕਾ ਮਾਨ ਤਿਆਗੋ। ਜਾਂ ਤੁਸੀਂ ਮਨ ਦਾ ਮਾਣ ਛੱਡ ਦਿਓਗੇ ਨਾ ਵੀ ਅਸੀਂ ਘਰ-ਬਾਰ ਛੱਡ ਦਿੱਤਾ, ਬਾਹਰ ਰਹਿੰਦੇ ਹਾਂ, ਮੰਗ ਕੇ ਰੋਟੀ ਖਾਂਦੇ ਹਾਂ, ਨਹੀਂ ਮੁਕਤ ਹੋਵੋਗੇ। ਉਹ ਕਹਿੰਦੇ ਨੇ ਗੁਰੂ ਪ੍ਰੇਮ ਮਨ ਕਾ ਮਾਨ ਤਿਆਗੋ
महाराज कहते आए महापुरुष जेड़ा थोड़े अंदर हंकार है ना असी घर बार छड़ दिता ओनू त्याग के जेड़ा मन आ वो फिर खाली हो जाएगा। खाली मन नाम नाल जुड़ेगा। गुरु साहब ने लिखे ना होमे नामे नाल विरोध है दो न वसे कठाए थोड़े अंदर तो हंकार दियां फंडा मनिया हुई ने वही मैं साधु हो गया जिन्ना चिर तू हंकार नू नहीं पिछे छड़दा कदे तेरा मन नाम नाल नहीं जुड़ेगा। दो विरोधी पदार्थ कदे इकट्ठे नहीं होंगे। नूं छड़ दो सुरत नाम नाल लग जाएगी नाम नामी चला जाएगा जेड़ा थोड़ा घर बार छड्या होया सफला हो जाए। और औखा बड़ा गुरु को जी चौधर है ये जी चौधर है तो मिठी पर होर भी गल लुकी हुई है। और इस तरह दसिया फिर अगलियां पंक्तियां चारण करते चले गए। अखीरी जावे कहने लगे कहो नानके खेल गठन है किनू गुरमुख गुरमुख उस नूं कहंदे जिहड़ा गुरु दे हुक्म अनुसार चलदा होवे। वो कहते हंकार नूं दूर कर सकता है वरना नहीं कर सकता हंकार नूं दूर या फिर गुरु हंकार दूर करेगा। और इस तरह दे नाल वो नंगे कहते साडी मुक्त हो गई। कबीर साहब जी कहने लगे भी ठीक है ते वेला दा पंथ ने बिहादरियां ने मजहब कह लो जिहड़ा परमेश्वर की बंदगी करदा कल्याण तो ਉਹਦੀ ਹੋਵੇਗੀ। कहते ठीक है जी दूए आ गए तुसीं भाई कहते असीं शरीर ते लीड़ा नहीं पाउंदे खल्ला बन के रखते हैं साडी मुक्त होवेगी। कबीर सी कबीर साहब जी कहते नहीं क्या नांगे क्या वादे चाम जावले चीन सात मराम। चाहे तुसी नंगे फिरी जाओ और डंगर थोड़े फिरते ने नंगे चम चम बन लो कुछ नहीं बनेगा जिन्ना फिर परमेश्वर की बंदगी नहीं करते। क्या नांगे क्या बाते चाम जब नहीं चीन सात मराम जिन्ना फिर परमेश्वर की बंदगी नहीं करते कदे मुक्त प्राप्त नहीं होवे। कबीर साहब जी ने लिखा गंगा तीर के जाओ करो निर्भर पीवे नीर बिन हर नाम ना मुक्त होए यो कह रवे कबीर। कबीर साहब जी कहने के गुरमुखो चाहे तुसी गंगा के पानी के विच घर पा लो तुसी कह रहे हो नौक से मुक्त हो जावे नहीं होनी मुक्त था नाम से होनी है। पढ़ो प्रेम वाला की पावे गंगा रे किनारे घर
ਅਗਲੇ ਆ ਗਏ ਹੁਣ ਕਹਿੰਦੇ ਜੀ ਅਸੀਂ ਸਾਰੇ ਸਰੀਰ ਤੇ ਰੋਮ ਨਹੀਂ ਰਹਿਣ ਦਿੰਦੇ। ਅੱਛਾ ਤੁਸੀਂ ਉਹ ਰੋਮ ਨਹੀਂ ਰਹਿਣ ਦਿੰਦੇ? ਪੰਗਤੀ ਚਾਰਨ ਕਰੀ ਮੂਨ ਵਡਾਇਆ ਜਬ ਸੁਧ ਪਾਈ ਮੁਕਤੀ ਭੇਡ ਨਾ ਗਈ ਆਕਾਈ। ਵੇ ਜੇ ਤੁਸੀਂ ਬਾਲ ਮੁੰਨੀਆਂ ਹੀ ਮੁਕਤ ਮੰਨਦੇ ਹੋ ਤਾਂ ਫਿਰ ਭੇਡਾਂ ਸਾਰਜੀ ਦੋ ਵੇਰ ਮੁੰਨੀਆਂ ਜਾਂਦੀਆਂ ਨੇ। ਸਦਾ ਫਿਰ ਵੀ ਮੁਕਤ ਹੋ ਗਈਆਂ ਸਾਰੀਆਂ ਹੀ ਭੇਡਾਂ? ਨਹੀਂ, ਐਸਾ ਨਹੀਂ ਹੋਵੇਗਾ। ਮੁਕਤ ਸਾ ਨਾਮ ਸੇ ਅਗਰੋਂ ਕੋ ਕਿਸੇ ਮਤ ਦਾ ਚਾਹੇ ਕੋਈ। ਦੂਏ ਆ ਗਏ ਖੁਸਰੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਜਤੀ ਰਹਿੰਦੇ ਹਾਂ, ਜਤੀ ਸਾਡੀ ਮੁਕਤ ਹੋਵੇਗੀ। ਕਬੀਰ ਸਾਹਿਬ ਜੀ ਕਹਿਣ ਲੱਗੇ ਸੁਣ ਲਓ, ਕਹਿੰਦੇ ਸੁਣ ਲਓ ਹਕੀਕਤ। ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿੰਦੇ ਤੁਸੀਂ ਕਹਿੰਦੇ ਅਸੀਂ ਜਤੀ ਹਾਂ ਤਾਂ ਜਿਹੜੇ ਖੁਸਰੇ ਫਿਰਦੇ ਨੇ ਡੰਡੇ ਵਜਾਉਂਦੇ ਫਿਰਦੇ ਹੁੰਦੇ ਨੇ ਨਾ, ਫਿਰ ਉਹ ਵੀ ਮੁਕਤ ਹੋ ਜਾਣਗੇ ਸਾਰੇ। ਨਿਰੁੱਤਰ ਕਰਤੇ ਗੁਰਮੁਖੋਂ ਅਖੀਰੀ ਹਕੀਕਤ ਦੱਸੀ ਕਬੀਰ ਸਾਹਿਬ ਜੀ ਨੇ। ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿਤ ਕਬੀਰ ਸੁਣੋ ਰੇ ਭਾਈ। ਕਬੀਰ ਸਾਹਿਬ ਜੀ ਕਹਿਣ ਲੱਗੇ ਸੁਣੋ ਮੇਰੇ ਵੀਰੋ, ਕਿਹੜੀ ਗੱਲ ਨਾਲ ਮੁਕਤ ਹੋਣੀ ਹੈ? ਰਾਮ ਨਾਮ ਬਿਨ ਕਿਨ ਗਤ ਪਾਈ। ਬਗੈਰ ਨਾਮ ਤੋਂ ਕੌਣ ਦੁਨੀਆ ਦੇ ਵਿੱਚ ਜਿਹੜਾ ਮੁਕਤ ਹੋਇਆ? ਪੜੋ ਪ੍ਰੇਮ ਨਾਲ ਨਾਮ ਦਾ ਅਭਿਆਸ ਕਰਿਆ ਕਰੋ, ਛੱਡ ਦੋ ਪਖੰਡਾਂ ਨੂੰ। ਕਿਨੇ ਗਤ ਪਾਈ ਹਰ ਕੇ ਨਾਮ ਧਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ। एक कड़ी के सिमरने पापी तरे अनेक। भाई गुरदास जी ने लिखा राजा जनक दी चक्रवर्ती राजा सी।
ਅਸ਼ਟਾਵਕਰ ਮੁਨੀ ਸੇ ਉਸ ਨੂੰ ਗਿਆਨ ਪ੍ਰਾਪਤ ਹੋਇਆ ਤੇ ਗਿਆਨ ਤੋਂ ਅੱਗੇ ਨਾ ਸਾਧਨਾ ਨਾ ਕੋਈ ਵਾਸਤਾ ਬਸ। ਉਹਨਾਂ ਦੀ ਬਾਬਤ ਦੱਸਿਆ ਭਾਈ ਗੁਰਦਾਸ ਜੀ ਨੇ ਲਿਖਿਆ, ਬਹੁਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਦੇਵਤਿਆਂ ਨੇ ਗਾਇਨ ਸਭਾ ਰੱਖੀ ਤਾਂ ਉਹਨਾਂ ਨੇ ਵਿਚਾਰ ਕਰੀ ਵੀ ਬ੍ਰਹਮ ਗਿਆਨੀ ਹੋਣਾ ਚਾਹੀਦਾ ਸਭਾ ਦੇ ਵਿੱਚ। ਆਪਣੀ ਸਭਾ ਦੇ ਵਿੱਚ ਸ਼੍ਰੋਮਣੀ ਗੁਰੂ ਜਿਹੜਾ ਬ੍ਰਹਮ ਗਿਆਨ ਦਿੰਦਾ ਉਹ ਪ੍ਰਕਾਸ਼ ਹੈ, ਬ੍ਰਹਮ ਗਿਆਨੀ ਥੱਲੇ ਆ ਇਹਦੇ ਨਾਲ। ਆਹ ਇਸ ਤਰ੍ਹਾਂ ਦਾ ਬ੍ਰਹਮ ਗਿਆਨ ਇੱਥੋਂ ਹੀ ਪ੍ਰਾਪਤ ਹੁੰਦਾ, ਬ੍ਰਹਮ ਗਿਆਨੀਆਂ ਨੂੰ ਕਿਤੋਂ ਹੋਰ ਨਹੀਂ ਮਿਲਦਾ। ਆਹ ਇਸ ਤਰ੍ਹਾਂ ਦੇ ਨਾਲ ਜਿਵੇਂ ਨੌਵੇਂ ਪਾਤਸ਼ਾਹ ਮਹਾਰਾਜ ਜੀ ਜਦ ਪਿੰਜਰੇ ਜਾਂ ਵੱਧ ਘੱਟ ਬੋਲਦੇ ਸੀ, ਔਰੰਗਜ਼ੇਬ ਇੱਕ ਸਿੱਖ ਕਹਿੰਦਾ, ਮਹਾਰਾਜ ਜੀ ਤੁਸੀਂ ਜੇ ਨਹੀਂ ਤਾਂ ਮੈਨੂੰ ਹੁਕਮ ਕਰ ਦਿਓ, ਮੈਂ ਕਰ ਦਿੰਦਾ। ਨੌਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਮੈਨੂੰ ਹੁਕਮ, ਸਿਰ ਤੇ ਹੱਥ ਰੱਖਦਾ, ਕਹਿੰਦੇ ਕਰਦੇ, ਮਾਰਦੇ ਦਿੱਲੀ ਨੂੰ ਔਰ ਲਾਹੌਰ ਨੂੰ। ਕਹਿੰਦਾ ਜੀ ਹੁਣ ਤਾਂ ਤੁਰਨਾ ਵੀ ਔਖਾ ਹੋ ਗਿਆ। ਕਹਿੰਦੇ ਵੇ ਪ੍ਰਾਪਤ ਕਿੱਥੋਂ ਹੋਈ ਜੀ ਇਹ ਗੱਲ? ਕਹਿੰਦੇ ਆਪਦੀ ਕਿਰਪਾ ਸੇ ਵੀ ਜਦ ਇੱਕ ਸਮੁੰਦਰ ਨਹੀਂ ਕੁਛ ਕਰ ਸਕਦਾ, ਤੈਨੂੰ ਇੱਕ ਚੂੜੀ ਪਾਣੀ ਨਹੀਂ ਮਿਲਦੀ ਇੱਥੋਂ, ਚੁੱਪ ਕਰ ਲੈਂਦੇ। ਇਹਦਾ ਸਾਡੀ ਮੌਜ ਆ ਜੋ ਕਰਨਾ ਸੀ, ਸਾਨੂੰ ਕੌਣ ਮਾਰ ਸਕਦਾ, ਕੌਣ ਫੜ ਸਕਦਾ? ਇਹਦਾ ਇੱਕ ਜੜਾਉਣਾ ਹੀ ਹੈ ਦੁਨੀਆ ਨੂੰ, ਹਿੰਦੂਆਂ ਦਾ ਧਰਮ ਬਚਾਉਣਾ ਬਸ, ਗੱਲ ਹੋਰ ਕੋਈ ਨਹੀਂ। ਕੌਣ ਮਾਰ ਸਕਦਾ ਸਾਨੂੰ, ਕੌਣ ਕੈਦ ਕਰ ਸਕਦਾ? ਆਹ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਮਾਤ ਲੋਕ ਦੇ ਵਿੱਚ ਬ੍ਰਹਮ ਗਿਆਨੀ ਸੀ ਰਾਜਾ ਜਨਕ ਜੀ। ਉਹਨਾਂ ਨੇ ਕਿਹਾ ਵੀ ਜਾਓ ਰਾਜਾ ਜਨਕ ਜੀ ਨੂੰ ਬੇਨਤੀ ਕਰੋ ਵੀ ਉਹ ਆ ਜਾਣ। ਦੇਵਤੇ ਆਏ ਨੇ, ਦੋ ਕਿਸਮ ਦੇ ਦੇਵਤੇ ਨੇ। ਇੱਕ ਤਾਂ ਜਿਹੜੇ ਇੱਥੇ ਪੁੰਨ ਕਰਕੇ ਜਾਂਦੇ ਨੇ, ਪੁੰਨ ਉਹ ਦੇਵ ਲੋਕ ਦੇ ਵਿੱਚ ਚਲੇ ਜਾਂਦੇ ਨੇ, ਉੱਥੇ ਉਹ ਆ ਨਹੀਂ ਸਕਦੇ ਇੱਥੇ। ਜਿਹੜੇ ਉੱਥੇ ਹੀ ਦੇਵਤੇ ਜੰਮਦੇ ਨੇ ਨਾ, ਉਹ ਫਿਰ ਆਉਂਦੇ ਆ ਜਿਹੜੇ ਪੁੰਨੀਆਂ ਨੂੰ ਲੈਣ ਵਾਸਤੇ। ਘਰ ਆਏ, ਬੇਨਤੀ ਕਰੀ, ਰਾਜਾ ਜਨਕ ਨੇ ਸਵੀਕਾਰ ਕਰ ਲਈ ਵੀ ਚੰਗਾ ਸੀ। ਜੀ ਅੱਤ ਦੇ ਦਿਨ ਤੇ ਭਗਵਾਨ ਲੈ ਕੇ ਆ ਗਏ, ਭਗਵਾਨ ਦੇ ਵਿੱਚ ਵਾੜ ਲਿਆ ਰਾਜਾ ਜਨਕ ਜੀ ਨੂੰ। ਬ੍ਰਹਮ ਗਿਆਨੀ ਸੀ, ਬ੍ਰਹਮ ਗਿਆਨ ਤੋਂ ਅੱਗੇ ਵਾਸਤਾ ਨਹੀਂ ਹੈ। ਹੁਣ ਭਗਵਾਨ ਦੇ ਵਿੱਚ ਬੈਠੇ ਜਾਂਦੇ ਨੇ, ਦੇਵ ਲੋਕ ਨੂੰ ਚੱਲਿਆ ਗਣ ਗਧਾਰੋ ਸਭਾ ਸੁਖਵਾਸੀ, ਜੰਪਰ ਗਿਆ ਪਕਾਰ ਸੁਣ ਬਿਨ ਲਾਵਣ ਹੀ ਨਰਕ ਨਿਵਾਸੀ। ਜਿੱਥੇ ਸੰਜਨੀ ਪੁਰੀਆ ਨਰਕ ਨੇ ਨਰਕ, ਉਹ ਭਗਵਾਨ ਨਰਕਾਂ ਦੇ ਕੋੜ ਦੀ ਲੱਕਣ ਲੱਗਿਆ ਤਾਂ ਉੱਥੋਂ ਹਾ ਹਾ ਕਰਲਾਟ ਦੀ ਆਵਾਜ਼ ਆਉਂਦੀ ਹੈ। ਜਦ ਕਿਸੇ ਨੂੰ ਕੁੱਟਦੇ ਨੇ ਫਿਰ ਉਹ ਰੋਂਦਾ ਹੀ ਹੁੰਦਾ ਨਾ। ਜਿਹੜੇ ਇੱਥੇ ਮਾੜੇ ਕਰਤੱਵ ਕਰਦੇ ਨੇ ਤਾਂ ਫਿਰ ਉਹ ਹਵਾਲਾਤਾਂ ਦੇ ਵਿੱਚ ਕਿਵੇਂ ਡਾਂਗਾਂ ਪੈਂਦੀਆਂ ਨੇ ਉਹਨਾਂ ਦੇ। ਰਾਜਾ ਜਨਕ ਜੀ ਕਹਿੰਦਾ ਵੀ ਇੱਧਰੋਂ ਰੋਣ ਦੀ ਆਵਾਜ਼ ਆਉਂਦੀ ਹੈ। ਉਹ ਦੇਵਤੇ ਕਹਿੰਦੇ ਮਹਾਰਾਜ ਜੀ ਦਾ ਸੰਜਨੀ ਪੁਰੀਆ, ਜਿਹੜੇ ਲੋਕ ਮਾੜੇ ਕਰਤੱਵ ਕਰਦੇ ਨੇ ਉਹਨਾਂ ਨੂੰ ਇੱਥੇ ਸਜ਼ਾ ਮਿਲਦੀਆਂ ਨੇ। ਪਹਿਲਾਂ ਸਭਾ 'ਚ ਤਾਂ ਫੇਰ ਚੱਲਾਂਗੇ, ਦਇਆ ਆ ਗਈ ਬਈ ਚਲੋ ਇਹਨੇ ਕੀ ਕਿਸ ਨੇ ਫੜੇ ਨੇ? ਕਹਿੰਦੇ ਜੀ ਧਰਮ ਰਾਜਾ ਨੇ ਫੜੇ। ਕਹਿੰਦੇ ਚਲੋ ਫਿਰ ਧਰਮ ਰਾਜਾ ਕੋ ਪਹਿਲੇ ਭਗਵਾਨ ਧਰਮ ਰਾਜਾ ਦੀ ਕਚਹਿਰੀ ਦੇ ਵਿੱਚ ਲੈ ਗਏ ਜਿਹੜੇ ਦੇਵਤੇ ਸਨ। ਜਦ ਰਾਜਾ ਜਨਕ ਨੂੰ ਦੇਖਿਆ ਉਹਨਾਂ ਨੂੰ ਬ੍ਰਹਮ ਗਿਆਨੀ ਦਾ ਜਿਹੜਾ ਦਰਜਾ ਧਰਮ ਰਾਜਾ ਨਾਲੋਂ ਬਹੁਤ ਵੱਡਾ। ਧਰਮ ਰਾਜਾ ਉੱਠ ਕੇ ਖੜਾ ਹੋ ਗਿਆ, ਹੱਥ ਬੰਨ ਕੇ ਸਿੰਘਾਸਣ ਖਾਲੀ ਛੱਡ ਦਿੱਤਾ। ਉਹ ਭਾਗ ਮੇਰਾ ਘਰ ਪਵਿੱਤਰ ਕਰ ਦਿੱਤਾ, ਪਰ ਘਰ ਨੂੰ ਪਵਿੱਤਰ ਕੌਣ ਕਰੇਗਾ? ਜਿਹੜਾ ਆਪ ਪਵਿੱਤਰ ਹੋਇਆ ਹੈ। ਆਪ ਪਵਿੱਤਰ ਕੌਣ ਹੋਵੇਗਾ? ਜਦ ਉਹ ਆਤਮਾ ਨੂੰ ਸਾਖਿਆਤ ਕਰਵੇ, ਫਿਰ ਸਰੀਰ ਵੀ ਪਵਿੱਤਰ ਹੋ ਜਾਵੇ। ਜਿੱਥੇ ਪੈਰ ਤਰੇਗਾ ਧਰਤੀ ਵੀ ਪਵਿੱਤਰ ਹੋ ਜਾਵੇ। ਰਾਜਾ ਜਨਕ ਜੀ ਨੇ ਫਿਰ ਸੇਵਾ ਪੁੱਛੀ। ਜੇ ਆਪਣੇ ਘਰ ਕੋਈ ਮਹਿਮਾਨ ਆ, ਆਪਾਂ ਪੁੱਛਦੇ ਆ ਕੀ ਛਕੋਗੇ ਜੀ? ਸੇਵਾ ਪੁੱਛੀ। ਰਾਜਾ ਜਨਕ ਜੀ ਕਹਿਣ ਲੱਗੇ
ਸਾਨੂੰ ਤਾਂ ਸੇਵਾ ਦੀ ਕੋਈ ਲੋੜ ਨਹੀਂ ਹੈ। ਆ ਜਿਹੜੇ ਨਾਰਕੀ ਜੀਵ ਨੇ ਨਾ, ਇਹਨਾਂ ਨੂੰ ਛੱਡ ਦੇ। ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਜੀ ਇਹ ਤਾਂ ਮੇਰੇ ਚ ਤਾਕਤ ਨਹੀਂ ਛੱਡਣ ਦੀ। ਮੈਂ ਤਾਂ ਕਾਰਕੁਨ ਦੇਵਤਾ ਪਰਮੇਸ਼ਰ ਦੇ ਹੁਕਮ ਦੇ ਵਿੱਚ ਪਾਪੀਆਂ ਨੂੰ ਸਜ਼ਾ, ਪੁੰਨੀਆਂ ਨੂੰ ਸੁਰਗਾਂ ਦੇ ਵਿੱਚ ਘੱਲਣਾ। ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕਰ ਵਿਨਾਸੀ। ਮੈਂ ਤਾਂ ਹੁਕਮ ਚ। ਫੇਰ ਕਹਿੰਦਾ ਮੈਂ ਇੱਕ ਤੁਹਾਡੇ ਅੱਗੇ ਬੇਨਤੀ ਕਰਦਾ, ਇਹਨਾਂ ਦੇ ਕਰੇ ਹੋਏ ਨੇ ਪਾਪ। ਜੇ ਤੁਹਾਡੇ ਮਨ ਦੇ ਵਿੱਚ ਦਇਆ ਆ ਗਈ, ਇਹਨਾਂ ਦੇ ਪਾਪਾਂ ਦੇ ਬਦਲੇ ਮੈਨੂੰ ਪੁੰਨ ਦੇ ਦਿਓ, ਮੈਂ ਛੱਡ ਦਵਾਂ। ਰਾਜਾ ਜਨਕ ਜੀ ਕਹਿਣਗੇ ਫਿਰ ਤੱਕੜੀ ਤਿਆਰ ਕਰ ਲਾ। ਤਾਂ ਰਾਜੂ ਤਿਆਰ ਕਰ ਲਿਆ, ਸਾਰੇ ਪਾਪੀਆਂ ਦੇ ਜਿਹੜੇ ਪਾਪ ਕਰੇ ਪਾਰੜੇ ਦੇ ਵਿੱਚ ਪਾ ਦੇ। ਰਾਜਾ ਜਨਕ ਜੀ ਬੈਠ ਕੇ ਚੌਂਕੜਾ ਮਾਰ ਕੇ, ਯਾਨੀ ਨਾਮ ਰੂਪ ਤੋਂ ਸੁੱਤ ਨੂੰ ਅਲੱਗਾ ਕਰਕੇ ਜੋ ਨਿਰਾਕਾਰ ਵਾਹਿਗੁਰੂ ਆ ਉਸ ਦੇ ਨਾਲ ਜੋੜ ਦਿੱਤਾ। ਆਓ ਕੋਈ 4 ਆਨੇ ਪੁੰਨ, ਕੋਈ 12 ਆਨੇ, 16 ਆਨੇ ਪੁੰਨ ਆ ਜਿਹੜਾ ਪਰਮੇਸ਼ਰ ਨੂੰ ਯਾਦ ਰੱਖਦਾ। ਕਲਮਾ ਇਹੋ ਪੁੰਨ ਗੁਣ ਗੋਬਿੰਦ ਗਾਏ। ਆਓ ਕਹਿੰਦੇ ਪਾਤ ਰਾਜੂ ਦੇ ਵਿੱਚ ਜੇ ਸੌਰ ਹੋਏਗਾ ਫਿਰ ਹੋਰ ਕਰਦੇ ਹਾਂ। ਜਦ ਤਰਾਜੂ ਦੇ ਵਿੱਚੋਂ ਨਾਮ ਦੀ ਤਾਕਤ ਪਾਈ ਗੁਰਮੁਖੋ, ਜਿੰਨੇ ਪਾਪੀਆਂ ਦੇ ਪਾਪ ਸੀ ਉਹ ਧਰਤੀ ਤੋਂ ਨਹੀਂ ਉੱਠਿਆ ਜਿਹੜਾ ਸਿਮਰਨ ਕਰਿਆ ਵਾਲਾ ਪਾਰੜਾ। ਹੈਰਾਨ ਹੋ ਗਿਆ ਧਰਮ ਰਾਜਾ। ਨਰਕੋਂ ਛੁੱਟੇ ਜੀ ਜੰਦ ਗਲੋਂ ਕੱਟੀ, ਜਿਨ ਸਿਰਕ ਜਾਂ ਫਾਸੀ ਮੁਕਤ ਜੁਗਤ। ਕਿਹਦੀ ਦਾਸੀ, ਕਿਹਦੀ ਹੈ ਅਧੀਨ, ਕਿਹਦੇ ਹੈ ਨਾਮ ਦੀ। ਆਓ ਇਸ ਤਰ੍ਹਾਂ ਰਾਜਾ ਜਨਕ ਨੇ ਸਿਮਰਨ ਕਰਕੇ ਸਾਰਾ ਨਰਕ ਖਾਲੀ ਕਰਤੇ। ਗੁਰੂ ਕੋ ਪੜੋ, ਇਤਨੀ ਤਾਕਤ ਹੈ ਨਾਮ ਦੇ। ਪੁੰਨ ਕਰਤੇ ਨਰਕ ਇੱਕ ਕੜੀ ਸਿਮਰਨ ਕਰਿਆ, ਸਿਰਫ ਸਾਰਾ ਨਰਕ ਖਾਲੀ ਕਰਤੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੰਡਤ ਜੀ ਸਾਰੀ ਦੁਨੀਆ ਜਿੱਥੇ ਜਾਣਾ ਚਾਹੁੰਦੀ ਹੈ ਜਾ ਸਕਦੀ ਹੈ। ਕਹਿੰਦੇ ਕਾਹਦੇ ਆਸਰੇ? ਮਹਾਰਾਜ ਕਹਿੰਦੇ ਨਾਮ ਦੇ ਆਸਰੇ। ਨਾਮ ਦੇ ਵਿੱਚ ਇਤਨੀ ਤਾਕਤ ਹੈ। ਕਰੋ ਆਓ, ਆਪ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ ਕਿਸੇ ਹੋਰ ਟਾਊਨ ਦੇ ਵਿੱਚ ਜਾ ਕੇ। ਗੁਰੂ ਮਲਹੰਟ ਨੂੰ ਕਹਿੰਦੇ ਨੇ ਉਸ। ਆਹ ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ ਤੇ ਫਿਰ ਆਪਾਂ ਗੁਰੂ ਸਤੋਤਰ ਦੇ ਵਿੱਚ ਫੇਰ ਅਰਦਾਸ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਬੋਲਣਾ ਸੁਣ ਕੇ ਸੀਤ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਥੋੜ੍ਹਾ ਬੋਲੇ ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆਰੇ ਮਾਰੇ ਸਤਿਗੁਰੂ ਮੈਂ ਪਾਇਆ। ਹਰਿ ਗੁਰ ਨਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਸਾਧੂ ਸਾਧੂ ਹਰਿ ਤੇਰਾ ਮਨ ਹੀ ਵਸਾਇਆ। ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਮ ਰਸੂ ਮਨ ਰੇ
Hare